हेलो स्टूडेंट्स, हिस्ट्री थर्ड सैम ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡਾ ਮੋਸਟ ਇੰਪੋਰਟੈਂਟ ਕੁਐਸਚਨ ਚੱਲ ਰਿਹਾ ਸੀ 1857 ਈਸਵੀ ਦੇ ਕਾਰਨਾਂ ਦਾ ਵਰਣਨ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਇਸ ਵਿਦਰੋਹ ਦੇ ਲਈ ਜ਼ਿੰਮੇਵਾਰ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਕਾਰਨਾਂ ਦੀ ਚਰਚਾ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਆਰਥਿਕ ਅਤੇ ਤਤਕਾਲਿਕ ਕਾਰਨਾਂ ਦੀ ਚਰਚਾ ਕਰਦੇ ਹੋਏ ਇਸ ਕੁਐਸਚਨ ਨੂੰ ਪੂਰਾ ਕਰ ਦਿਆਂਗੇ। ਪਿਛਲੀ ਕਲਾਸਾਂ ਵਿੱਚ ਅਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਪਲਾਸੀ ਯੁੱਧ ਦੇ 100 ਸਾਲਾਂ ਦੇ ਬਾਅਦ ਭਾਰਤੀਆਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਸੀ। ਇਸ ਵਿਦਰੋਹ ਦੇ ਆਰਥਿਕ ਕਾਰਨਾਂ ਵਿੱਚ ਅਸੀਂ 3-4 ਪੁਆਇੰਟਸ ਨੂੰ ਸ਼ਾਮਿਲ ਕਰ ਸਕਦੇ ਹਾਂ, ਜਿਸ ਵਿੱਚ ਪਹਿਲਾ ਹੈ ਦੇਸ਼ ਦਾ ਆਰਥਿਕ ਸ਼ੋਸ਼ਣ। ਅੰਗਰੇਜ਼ਾਂ ਦੁਆਰਾ ਭਾਰਤੀਆਂ ਦਾ ਕੀਤਾ ਜਾ ਰਿਹਾ ਆਰਥਿਕ ਸ਼ੋਸ਼ਣ 1857 ਈਸਵੀ ਦੇ ਵਿਦਰੋਹ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਸੀ। ਅੰਗਰੇਜ਼ਾਂ ਨੇ ਇੰਗਲੈਂਡ ਦੇ ਉਦਯੋਗਾਂ ਅਤੇ ਵਪਾਰ ਦੀ ਉન્નਤੀ ਦੇ ਲਈ ਭਾਰਤੀ ਵਪਾਰ ਅਤੇ ਉਦਯੋਗਾਂ ਨੂੰ ਨਸ਼ਟ ਕਰ ਦਿੱਤਾ। ਉਹਨਾਂ ਨੇ ਭਾਰਤੀ ਉਦਯੋਗਾਂ 'ਤੇ ਅਨੇਕ ਤਰ੍ਹਾਂ ਦੇ ਪ੍ਰਤੀਬੰਧ ਲਾ ਦਿੱਤੇ ਤਾਂ ਕਿ ਉਹ ਇੰਗਲੈਂਡ ਦੇ ਉਦਯੋਗਾਂ ਦਾ ਮੁਕਾਬਲਾ ਨਾ ਕਰ ਸਕਣ। ਇਸ ਤੋਂ ਇਲਾਵਾ ਉਹਨਾਂ ਨੇ ਭਾਰਤੀਆਂ ਦੇ ਕੱਚੇ ਮਾਲ ਸਸਤੇ ਮੁੱਲ 'ਤੇ ਵੇਚਣ ਅਤੇ ਇੰਗਲੈਂਡ ਦੇ ਨਿਰਮਿਤ ਮਾਲ ਨੂੰ ਮਹਿੰਗੇ ਮੁੱਲ 'ਤੇ ਖਰੀਦਣ ਦੇ ਲਈ ਮਜਬੂਰ ਕਰ ਦਿੱਤਾ। ਭਾਰਤ ਦੇ ਇਸ ਆਰਥਿਕ ਸ਼ੋਸ਼ਣ ਦੇ ਸਿੱਟੇ ਵਜੋਂ ਭਾਰਤ, ਜੋ ਕਿ ਇੱਕ ਬਹੁਤ ਖੁਸ਼ਹਾਲ ਦੇਸ਼ ਸੀ, ਵੇਖਦੇ ਹੀ ਵੇਖਦੇ ਗਰੀਬ ਹੋ ਗਿਆ। ਇਸ ਕਾਰਨ ਭਾਰਤੀਆਂ ਵਿੱਚ ਭਾਰੀ ਅਸੰਤੋਸ਼ ਫੈਲਿਆ ਅਤੇ ਉਹਨਾਂ ਨੇ ਅਜਿਹੇ ਸ਼ਾਸਨ ਦਾ ਅੰਤ ਕਰਨ ਦਾ ਫੈਸਲਾ ਕਰ ਲਿਆ, ਜਿਹਦੇ ਕਰਕੇ 1857 ਈਸਵੀ ਦਾ ਵਿਦਰੋਹ ਸ਼ੁਰੂ ਹੋਇਆ। ਆਰਥਿਕ ਕਾਰਨਾਂ ਵਿੱਚ ਦੂਜਾ ਹੈ ਭੂਮੀਪਤੀਆਂ ਦਾ ਵਿਨਾਸ਼। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਜਿਨ੍ਹਾਂ ਰਾਜਾਂ ਨੂੰ ਜਿੱਤਿਆ ਉੱਥੇ ਭੂਮੀ ਦੀ ਨਵੀਂ ਵਿਵਸਥਾ ਲਾਗੂ ਕੀਤੀ। ਉਸਨੇ ਅਨੇਕ ਜਾਗੀਰਾਂ ਨੂੰ ਜ਼ਬਤ ਕਰ ਲਿਆ ਅਤੇ ਅਨੇਕ ਜ਼ਮੀਂਦਾਰਾਂ ਅਤੇ ਤਾਲੁਕਦਾਰਾਂ ਦੇ ਅਧਿਕਾਰ ਸਮਾਪਤ ਕਰ ਦਿੱਤੇ। ਅਨੇਕ ਜ਼ਮੀਂਦਾਰਾਂ ਨੂੰ ਇਨਾਮ ਦੇ ਰੂਪ ਵਿੱਚ ਜਾਗੀਰਾਂ ਮਿਲੀਆਂ ਹੋਈਆਂ ਸਨ। ਲਾਰਡ ਵਿਲੀਅਮ ਬੈਂਟਿਕ ਨੇ ਇਹਨਾਂ ਜਾਗੀਰਾਂ ਦੀ ਜਾਂਚ ਕਰਵਾਈ ਅਤੇ ਪ੍ਰਮਾਣ ਪੱਤਰਾਂ ਦੀ ਕਮੀ ਵਿੱਚ ਉਹਨਾਂ ਦੀ ਜਾਗੀਰਾਂ ਜ਼ਬਤ ਕਰ ਲਿੱਤੀਆਂ ਗਈਆਂ। ਲਾਰਡ ਡਲਹੌਜੀ ਇਸ ਤੋਂ ਇੱਕ ਕਦਮ ਅੱਗੇ ਵਧ ਗਿਆ। ਉਸਨੇ 1852 ਈਸਵੀ ਦੇ ਵਿੱਚ ਇਨਾਮ ਕਮਿਸ਼ਨ ਦੀ ਨਿਯੁਕਤੀ ਕੀਤੀ। ਇਸ ਕਮਿਸ਼ਨ ਨੇ ਪ੍ਰਮਾਣ ਪੱਤਰਾਂ ਦੇ ਅਭਾਵ ਵਿੱਚ ਕਰ ਮੁਕਤ ਜ਼ਮੀਨਾਂ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਇਸ ਤੋਂ ਇਲਾਵਾ ਸਰਕਾਰ ਨੇ ਲਗਾਨ ਦੀ ਦਰਾਂ ਵਿੱਚ ਵੀ ਬਹੁਤ ਵਾਧਾ ਕਰ ਦਿੱਤਾ ਅਤੇ ਇਸ ਨੂੰ ਸਖਤੀ ਨਾਲ ਵਸੂਲ ਕੀਤਾ ਜਾਣ ਲੱਗ ਪਿਆ। ਲਗਾਨ ਨਾ ਦੇ ਸਕਣ ਵਾਲਿਆਂ ਦੀ ਭੂਮੀ ਵਾਪਸ ਲੈ ਲਿੱਤੀ ਗਈ। ਇਹਨਾਂ ਕਾਰਨਾਂ ਤੋਂ ਭੂਮੀਪਤੀਆਂ ਦੀ ਦਸ਼ਾ ਬੜੀ ਤਰਸਯੋਗ ਹੋ ਗਈ। ਸਿੱਟੇ ਵਜੋਂ ਉਹ ਅੰਗਰੇਜ਼ਾਂ ਦੇ ਘੋਰ ਸ਼ਤਰੂ ਜਾਂ ਦੁਸ਼ਮਣ ਬਣ ਗਏ। ਅਗਲਾ ਪੁਆਇੰਟ ਹੈ ਬੇਕਾਰੀ ਦੀ ਸਮੱਸਿਆ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਭਾਰਤ ਦੀ
ਬਹੁਤ ਜੀ ਦੇਸੀ ਰਿਆਸਤਾਂ 'ਤੇ ਅਧਿਕਾਰ ਕਰ ਲਿਆ ਸੀ। ਇਸ ਦਾ ਪਰਿਣਾਮ ਇਹ ਹੋਇਆ ਕਿ ਇਹਨਾਂ ਰਿਆਸਤਾਂ ਵਿੱਚ ਕੰਮ ਕਰਨ ਵਾਲੇ ਅਨੇਕ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ। ਅਨੇਕ ਲੋਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ। ਇਹਨਾਂ ਕਾਰਨਾਂ ਤੋਂ ਉਹਨਾਂ ਦਾ ਜੀਵਨ ਨਿਰਵਾਹ ਕਰਨਾ ਬਹੁਤ ਔਖਾ ਹੋ ਗਿਆ ਅਤੇ ਉਹ ਸਾਰੇ ਅੰਗਰੇਜ਼ੀ ਸ਼ਾਸਨ ਦੇ ਕੱਟੜ ਵਿਰੋਧੀ ਬਣ ਗਏ। ਅਜਿਹੀ ਸਥਿਤੀ ਵਿੱਚ 1857 ਈਸਵੀ ਦੇ ਵਿਦਰੋਹ ਵਿੱਚ ਉਹਨਾਂ ਨੇ ਆਪਣੀ ਮੁੱਖ ਭੂਮਿਕਾ ਨਿਭਾਈ ਅਤੇ ਉਹਨਾਂ ਨੇ ਵੱਧ ਚੜ੍ਹ ਕੇ ਇਸ ਵਿਦਰੋਹ ਵਿੱਚ ਹਿੱਸਾ ਲਿਆ। ਅਗਲਾ ਪੁਆਇੰਟ ਹੈ ਨੌਕਰੀਆਂ ਵਿੱਚ ਅਸਮਾਨਤਾ। ਭਾਰਤ ਦੀ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਨੂੰ ਉੱਚ ਅਹੁਦਿਆਂ ਤੋਂ ਦੂਰ ਰੱਖਣ ਦੀ ਨੀਤੀ ਨੂੰ ਅਪਣਾਇਆ। ਇਹਨਾਂ ਅਹੁਦਿਆਂ 'ਤੇ ਕੇਵਲ ਅੰਗਰੇਜ਼ ਹੀ ਨਿਯੁਕਤ ਕੀਤੇ ਜਾਂਦੇ ਸਨ। ਭਾਰਤੀਆਂ ਨੂੰ ਬਹੁਤ ਛੋਟੇ ਜਾਂ ਨਿਮਨ ਅਹੁਦਿਆਂ 'ਤੇ ਰੱਖਿਆ ਜਾਂਦਾ ਸੀ। ਭਾਵੇਂ 1833 ਈਸਵੀ ਦੇ ਚਾਰਟਰ ਐਕਟ ਵਿੱਚ ਕਿਹਾ ਗਿਆ ਸੀ ਕਿ ਉੱਚੀ ਨੌਕਰੀਆਂ ਦਿੰਦੇ ਸਮੇਂ ਜਾਤੀ, ਧਰਮ ਜਾਂ ਰੰਗ ਆਦਿ ਦਾ ਕੋਈ ਸਥਾਨ ਨਹੀਂ ਰੱਖਿਆ ਜਾਏਗਾ, ਪਰੰਤੂ ਫਿਰ ਵੀ ਇਸ ਨੂੰ ਵਿਵਹਾਰਿਕ ਰੂਪ ਨਾ ਦਿੱਤਾ ਗਿਆ। ਇਸ ਤੋਂ ਇਲਾਵਾ ਭਾਰਤੀਆਂ ਨੂੰ ਅੰਗਰੇਜ਼ਾਂ ਦੀ ਤੁਲਨਾ ਦੇ ਵਿੱਚ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ। ਭਾਰਤੀ ਇਸ ਅਪਮਾਨ ਨੂੰ ਸਹਿਣ ਨਹੀਂ ਕਰ ਸਕਦੇ ਸਨ, ਇਸ ਲਈ ਉਹ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦੀ ਯੋਜਨਾ ਬਣਾਉਣ ਲੱਗ ਪਏ। ਸਟੂਡੈਂਟਸ, ਵੈਸੇ ਸੈਨਿਕ ਕਾਰਨ ਸਾਡੇ ਸਿਲੇਬਸ ਵਿੱਚ ਹੈ ਨਹੀਂ, ਲੇਕਿਨ ਨਾਲ ਇੱਕ ਦੋ ਪੁਆਇੰਟ ਇਹਦੇ ਵੀ ਕਰ ਲੈਂਦੇ ਹਾਂ। ਸੈਨਿਕ ਕਾਰਨ ਇਹਦੇ ਵਿੱਚ ਪਹਿਲਾ ਹੈ ਭਾਰਤੀ ਸੈਨਿਕਾਂ ਵਿੱਚ ਅਸੰਤੋਸ਼। ਭਾਰਤੀ ਸੈਨਿਕਾਂ ਵਿੱਚ ਪਾਇਆ ਜਾਣ ਵਾਲਾ ਅਸੰਤੋਸ਼ 1857 ਈਸਵੀ ਦੇ ਵਿਦਰੋਹ ਦਾ ਇੱਕ ਮਹੱਤਵਪੂਰਨ ਕਾਰਨ ਬਣਿਆ। ਭਾਰਤੀ ਸੈਨਿਕਾਂ ਨੂੰ ਬਹੁਤ ਘੱਟ ਤਰੱਕੀ ਦਿੱਤੀ ਜਾਂਦੀ ਸੀ। ਉਹ ਜ਼ਿਆਦਾ ਤੋਂ ਜ਼ਿਆਦਾ ਸੂਬੇਦਾਰ ਦੇ ਅਹੁਦੇ ਤੱਕ ਪਹੁੰਚ ਸਕਦੇ ਸਨ। ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਦੀ ਤੁਲਨਾ ਵਿੱਚ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਬ੍ਰਿਟਿਸ਼ ਅਧਿਕਾਰੀ ਭਾਰਤੀ ਸੈਨਿਕਾਂ ਦਾ ਹਰ ਕਦਮ 'ਤੇ ਬਹੁਤ ਅਪਮਾਨ ਕਰਦੇ ਸਨ। 30 ਸਾਲ ਤੱਕ ਇਮਾਨਦਾਰੀ ਅਤੇ ਨਿਸ਼ਠਾ ਨਾਲ ਸੇਵਾ ਕਰਨ ਦੇ ਬਾਅਦ ਵੀ ਭਾਰਤੀ ਸੈਨਿਕ ਨੂੰ ਇੱਕ ਨਵੇਂ ਭਰਤੀ ਕੀਤੇ ਗਏ ਅੰਗਰੇਜ਼ ਸੈਨਿਕ ਦੀ ਆਗਿਆ ਦਾ ਪਾਲਨ ਕਰਨਾ ਪੈਂਦਾ ਸੀ। ਇਹਨਾਂ ਕਾਰਨਾਂ ਤੋਂ ਭਾਰਤੀ ਸੈਨਿਕਾਂ ਵਿੱਚ ਅੰਗਰੇਜ਼ਾਂ ਦੇ ਪ੍ਰਤੀ ਬੜਾ ਰੋਸ ਜਾਂ ਗੁੱਸਾ ਸੀ। ਸੈਨਿਕ ਕਾਰਨਾਂ ਵਿੱਚ ਦੂਜਾ ਪੁਆਇੰਟ ਸਮਾਨ ਸੇਵਾ ਭਰਤੀ ਐਕਟ। 1856 ਈਸਵੀ ਵਿੱਚ ਲਾਰਡ ਕੈਨਿੰਗ ਦੇ ਸਮਾਨ ਸੇਵਾ ਭਰਤੀ ਐਕਟ ਨੇ ਜ਼ਖਮਾਂ 'ਤੇ ਨਮਕ ਛਿੜਕਣ ਦਾ ਕੰਮ ਕੀਤਾ। ਇਸ ਐਕਟ ਦੇ ਅਨੁਸਾਰ ਹਰ ਨਵੇਂ ਭਰਤੀ ਹੋਣ ਵਾਲੇ ਸਿਪਾਹੀ ਦੇ ਇਹ ਸ਼ਰਤ ਲਾਈ ਜਾਂਦੀ ਸੀ ਕਿ ਲੋੜ ਪੈਣ 'ਤੇ ਉਸ ਨੂੰ ਯੁੱਧ ਵਿੱਚ ਭਾਗ ਲੈਣ ਦੇ ਲਈ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਸਕਦਾ ਹੈ। ਭਾਰਤੀ ਸੈਨਿਕ ਸਮੁੰਦਰ ਪਾਰ ਜਾਣਾ ਪਾਪ ਸਮਝਦੇ ਸਨ। ਜਦੋਂ ਇਸ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਤੇ ਉਹ ਵਿਵਸ਼ ਹੋ ਕੇ ਜਾਂ ਮਜਬੂਰ ਹੋ ਕੇ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਏ। ਇਹ ਦੋ ਹੀ ਸੈਨਿਕ ਕਾਰਨ ਹਨ ਜਿਨ੍ਹਾਂ ਦੀ ਚਰਚਾ ਅਸੀਂ ਕਰਾਂਗੇ। ਅਗਲਾ ਮੇਨ ਪੁਆਇੰਟ ਹੈ ਤਤਕਾਲੀਨ ਕਾਰਨ। ਮੋਸਟ ਇੰਪੋਰਟੈਂਟ ਹੈ। ਇਹ ਛੋਟਾ ਕੁਐਸਚਨ ਇਸ ਵਾਰ ਪੁੱਛਿਆ ਜਾਊਗਾ। ਚਰਬੀ ਵਾਲੇ ਕਾਰਤੂਸ 1857 ਈਸਵੀ ਦੇ ਵਿਦਰੋਹ ਦਾ ਤਤਕਾਲੀਨ ਕਾਰਨ ਬਣੇ। 1856 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਬਰਾਊਨ ਬੇਸ ਰਾਈਫਲ ਦੀ ਜਗ੍ਹਾ ਭਾਰਤੀ ਸੈਨਾ ਨੂੰ ਐਨਫੀਲਡ ਰਾਈਫਲ ਦੇਣ ਦਾ ਫੈਸਲਾ ਲਿਆ। ਇਹਨਾਂ ਰਾਈਫਲਾਂ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਕਾਰਤੂਸਾਂ 'ਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੁੰਦੀ ਸੀ। ਇਹਨਾਂ ਨੂੰ ਰਾਈਫਲਾਂ ਵਿੱਚ ਭਰਨ ਤੋਂ ਪਹਿਲਾਂ ਦੰਦਾਂ ਨਾਲ ਛਿੱਲਣਾ ਪੈਂਦਾ ਸੀ। ਜਦੋਂ ਭਾਰਤੀ ਸੈਨਿਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹ ਭੜਕ ਉੱਠੇ। ਉਹਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਅੰਗਰੇਜ਼ ਇਹਨਾਂ ਕਾਰਤੂਸਾਂ ਦੁਆਰਾ ਉਹਨਾਂ ਦਾ ਧਰਮ ਭ੍ਰਸ਼ਟ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਇਹਨਾਂ ਚਰਬੀ ਵਾਲੇ ਕਾਰਤੂਸਾਂ ਦਾ ਪ੍ਰਯੋਗ ਕਰਨ ਤੋਂ ਮਨਾ ਕਰ ਦਿੱਤਾ। ਜਦੋਂ ਅੰਗਰੇਜ਼ਾਂ ਨੇ
ਉਹਨਾਂ ਨੂੰ ਇਹ ਕਾਰਤੂਸ ਪ੍ਰਯੋਗ ਕਰਨ ਦੇ ਲਈ ਮਜਬੂਰ ਕੀਤਾ ਤੇ ਬੈਰਕਪੁਰ ਦੇ ਮੰਗਲ ਪਾਂਡੇ ਨੇ 29 ਮਾਰਚ 1857 ਈਸਵੀ ਨੂੰ ਵਿਦਰੋਹ ਦੀ ਸ਼ੁਰੂਆਤ ਕਰ ਦਿੱਤੀ। ਮੰਗਲ ਪਾਂਡੇ ਦੁਆਰਾ ਸ਼ੁਰੂ ਕੀਤਾ ਗਿਆ ਇਹ ਵਿਦਰੋਹ ਦੇਖਦੇ ਹੀ ਦੇਖਦੇ ਪੂਰੇ ਭਾਰਤ ਵਿੱਚ ਫੈਲ ਗਿਆ। ਇਸ ਤਰ੍ਹਾਂ ਸਟੂਡੈਂਟਸ ਸਾਡਾ ਇਹ ਕੁਐਸਚਨ ਅੱਜ ਪੂਰਾ ਹੋਇਆ। ਅਸੀਂ ਦੇਖਿਆ ਕਿ 1857 ਈਸਵੀ ਦੇ ਵਿਦਰੋਹ ਦੇ ਲਈ ਅਨੇਕ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਕਾਰਨ ਜ਼ਿੰਮੇਦਾਰ ਸਨ, ਪਰੰਤੂ ਇਸ ਵਿਦਰੋਹ ਦੀ ਸ਼ੁਰੂਆਤ ਦਾ ਤਤਕਾਲੀਨ ਕਾਰਨ ਚਰਬੀ ਵਾਲੇ ਕਾਰਤੂਸ ਦੀ ਘਟਨਾ ਸੀ। ਇਹ ਸਾਡਾ ਕੁਐਸਚਨ ਅੱਜ ਪੂਰਾ ਹੋਇਆ। ਅਗਲੇ ਕੁਐਸਚਨ ਦੇ ਵਿੱਚ ਅਸੀਂ ਨਵੇਂ ਸਿਰੇ ਤੋਂ ਗੱਲ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।